सोढ़ी साहब तो ਤੁਹਾਡਾ ਰਿਐਕਸ਼ਨ ਬੜਾ ਜ਼ਰੂਰੀ ਹੈ ਕਿਉਂਕਿ ਸਭ ਕੁਝ ਜਿਹੜਾ ਅੱਜ ਸਾਹਮਣੇ ਆਇਆ ਹੈ ਜੋ ਸਿਆਸੀ ਘਟਨਾਕ੍ਰਮ ਇੱਕ ਵੱਡਾ ਹੋਇਆ ਹੈ ਇੰਡੀਆ ਜਿਸ ਦੇ ਵਿੱਚੋਂ ਨਾਮ ਨਿਕਲ ਕੇ ਆਇਆ ਹੈ ਐਨਡੀਏ ਦੇ ਉਹ ਖਿਲਾਫ ਹੈ ਸਿੱਧਾ ਸਿੱਧਾ ਨਿਸ਼ਾਨੇ ਬੀਜੇਪੀ ਤੇ ਸਾਧੇ ਜਾ ਰਹੇ ਹੈ ਇਹ ਦੇਸ਼ ਲੈਵਲ ਦਾ ਮਸਲਾ ਹੈ ਇਕੱਲੇ ਪੰਜਾਬ ਦੀ ਤੇ ਗੱਲ ਵੀ ਨਹੀਂ ਹੈ ਦੇਖੋ ਬਰਾੜ ਸਾਹਿਬ ਜਿਹੜੇ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ ਪਹਿਲੀ ਗੱਲ ਤਾਂ ਜਿਹੜਾ ਅੱਜ ਮਹਾਗਠਬੰਧਨ ਨੇ ਨਾਂ ਰੱਖਿਆ ਹੈ ਜੀ इंडियन नैशनल डेवलपमेंट इंक्लूसिव अलायंस जी ਇਹਦਾ ਮਤਲਬ ਮੈਂ ਦੱਸ ਦਿੰਦਾ ਕਿ आई ਦਾ मतलब है इन सब ने एन ਦਾ मतलब है अपनी नैया को डी ਦਾ मतलब है डूबने से बचाने के लिए और आई ਦਾ मतलब है इंडिया नाम का ए ਦਾ मतलब है आसरा लिया है मेरा कहना यह है कि देश ਦੇ ਵਿੱਚ ਸੰਵਿਧਾਨ ਵੀ ਸੁਰੱਖਿਅਤ ਹੈ देश ਦੇ ਵਿੱਚ ਲੋਕਤੰਤਰ ਨੂੰ ਕੋਈ ਖਤਰਾ ਨਹੀਂ ਦੇਸ਼ ਦੇ ਵਿੱਚ ਕਾਨੂੰਨ ਨੂੰ ਕੋਈ ਖਤਰਾ ਨਹੀਂ ਵਾਵਾ ਕੱਢ ਲਿਆ ਤੁਸੀਂ ਜੇ ਖਤਰਾ ਹੈ ਤੇ ਬਰਾੜ ਸਾਹਿਬ ਆਪਣੇ ਪਰਿਵਾਰਾਂ ਨੂੰ ਬਚਾਉਣ ਦਾ ਆਪਣੇ ਭ੍ਰਿਸ਼ਟਾਚਾਰ ਦੇ ਉੱਪਰ ਜਿਹੜੇ ਲੱਗੇ ਦੋਸ਼ ਨੇ ਉਹਨਾਂ ਨੂੰ ਬਚਾਉਣ ਦਾ ਮਸਲਾ ਹੈ ਦੇਸ਼ ਦਾ ਕੋਈ ਮਸਲਾ ਨਹੀਂ ਜੇ ਦੇਸ਼ ਦੇ ਵਿੱਚ ਲੋਕਤੰਤਰ ਖਤਰੇ 'ਚ ਹੁੰਦਾ ਤੇ ਹਿਮਾਚਲ 'ਚ ਸਰਕਾਰ ਕਾਂਗਰਸ ਦੀ ਕਿਵੇਂ ਬਣ ਗਈ ਕਰਨਾਟਕਾ ਦੇ ਵਿੱਚ ਕਿਵੇਂ ਬਣ ਗਈ ਜੇ ਦੇਸ਼ ਦੇ ਵਿੱਚ ਲੋਕਤੰਤਰ ਖਤਰੇ 'ਚ ਹੁੰਦਾ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਪਾਰਲੀਮੈਂਟ ਦਾ ਹੋਇਆ ਉਹਦੇ 'ਚ ਆਮ ਆਦਮੀ ਪਾਰਟੀ ਨੇ ਕਿਵੇਂ ਜਿੱਤ ਪ੍ਰਾਪਤ ਕਰ ਲਈ ਜੇ ਦੇਸ਼ ਦਾ ਸੰਵਿਧਾਨ ਜਾਂ ਕਾਨੂੰਨ ਖਤਰੇ 'ਚ ਹੁੰਦਾ ਤੇ ਅੱਜ ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਮੰਤਰੀ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਕਿਉਂ ਹੁੰਦਾ ਸਤਿੰਦਰ ਜੈਨ ਦੀ 2 ਸਾਲਾਂ ਤੋਂ ਜ਼ਮਾਨਤ ਨਹੀਂ ਹੋਈ ਦੇਸ਼ ਦੇ ਵਿੱਚ ਲੋਕਤੰਤਰ ਵੀ ਖਤਰੇ 'ਚ ਨਹੀਂ ਕੋਈ ਸੰਵਿਧਾਨ ਖਤਰੇ 'ਚ ਨਹੀਂ ਖਤਰੇ ਦੇ ਵਿੱਚ ਤਾਂ ਇਹ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਇੱਕ ਮੈਂ ਸਮਝਦਾ ਕਿ ਆਪਣੇ ਆਪ ਨੂੰ ਬਚਾਉਣ ਲਈ ਇਹ ਪਾਰਟੀਆਂ ਇਕੱਠੀਆਂ ਹੋ ਰਹੀਆਂ ਹੁਣ ਦੂਜੀ ਗੱਲ ਆ ਗਈ ਦੂਜੀ ਗੱਲ ਮੈਂ ਪਹਿਲੀ ਵਾਰ ਸੁਣਿਆ ਕਿ ਜਿਹੜਾ ਅਲਾਈਅੰਸ ਹੁੰਦਾ ਹੈ ਇਹ ਦੂਰੀ ਮਾਪ ਨੀਤੀ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਕਰ ਰਹੇ ਨੇ ਔਰ ਕਾਂਗਰਸ ਦੇ ਵੀ ਕਰ ਰਹੇ ਨੇ ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਜਿਹੜੀ ਗੱਲ ਬਾਜਵਾ ਸਾਹਿਬ ਨੇ ਇਹਨਾਂ ਦੇ ਜਿਹੜੇ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਲੀਅਰ ਹੀ ਕਰਤੀ ਕਿ ਜਦੋਂ ਅਸੀਂ ਅਲਾਈਅੰਸ 2024 ਲਈ ਕਰ ਰਹੇ ਹਾਂ ਤੇ ਫਿਰ 2024 ਲਈ ਅਲਾਈਅੰਸ ਕਰ ਰਹੇ ਹਾਂ ਤੇ ਫਿਰ ਸੀਟ ਜਿਹੜੀ ਵੰਡ ਹੈ ਸੀਟਾਂ ਦੀ ਤੇ ਉਹ ਤਾਂ ਫਿਰ ਹੋਵੇਗੀ ਲੇਕਿਨ ਉਹਦੇ ਉੱਤੇ ਉਹ ਆਪਣੀ ਹਾਈ ਕਮਾਂਡ ਦੇ ਉੱਪਰ ਕੁਐਸਚਨ ਕਰ ਰਹੇ ਨੇ ਲੇਕਿਨ ਅੱਜ ਇੱਕ ਗੱਲ ਸਾਹਮਣੇ ਆ ਗਈ ਹੈ ਬਰਾੜ ਸਾਹਿਬ ਕਿ ਜਿਹੜੇ ਕਹਿੰਦੇ ਹੁੰਦੇ ਸੀ ਕਿ ਬੀਜੇਪੀ ਦੀ ਫਲਾਨੀ ਬੀ ਟੀਮ ਹੈ बीजेपी ਦੀ ਫਲਾਨੀ ਇਹ ਟੀਮ ਹੈ ਅੱਜ ਬੀਜੇਪੀ ਨਹੀਂ ਅੱਜ ਜਿਹੜੀ ਕਾਂਗਰਸ ਹੈ ਉਹ ਆਮ ਆਦਮੀ ਪਾਰਟੀ ਦੀ ਬੀ ਟੀਮ ਸ਼ੋ ਹੋ ਚੁੱਕੀ ਹੈ ਠੀਕ ਹੈ ਔਰ ਜਿਹੜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਇਹ ਸੌਹਾਂ ਪਾਉਂਦੇ ਹੁੰਦੇ ਸੀ ਕਿ ਮੈਂ ਕਾਂਗਰਸ ਨਾਲ ਜ਼ਿੰਦਗੀ 'ਚ ਕਦੇ ਸਮਝੌਤਾ ਨਹੀਂ ਕਰੂੰਗਾ ਉਸੇ ਸਹੁੰ ਦੀ ਉਲੰਘਣਾ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਕੀਤੀ ਔਰ ਹੁਣ ਜਿਹੜਾ ਅਲਾਈਅੰਸ ਜਿਹੜਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਆਪਣੀ ਕਾਂਗਰਸ ਜਾਂ ਦੇਸ਼ ਦੇ ਵਿੱਚ ਕਰ ਰਹੇ ਨੇ ਤੇ ਉਹ ਵੀ ਉਸੇ ਸਹੁੰ ਦੀ ਉਲੰਘਣਾ ਹੈ ਸਾਡਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਆਪਣੇ ਸਾਥੀਆਂ ਨੂੰ ਹੋ ਸਕਦਾ 2-4 ਸਾਥੀ ਸਾਡੇ ਬਾਹਰ ਚਲੇ ਗਏ ਹੁਣ ਲੇਕਿਨ ਸਾਡੇ ਪੁਰਾਣੇ ਸਾਥੀ ਜਿਨ੍ਹਾਂ ਨਾਲ ਮਿਲ ਕੇ ਅਸੀਂ 2014 ਚ 2019 ਦੇ ਵਿੱਚ ਸਰਕਾਰ ਬਣਾਈ ਸੀ ਔਰ 2024 ਦੇ ਵਿੱਚ ਵੀ ਅਸੀਂ ਸਾਥੀਆਂ ਨਾਲ ਬਣਾਵਾਂਗੇ ਜਿੱਥੇ ਅੱਜ ਲੈਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਸਹੁੰ ਚੁੱਕਣਗੇ ਇਹ ਸਾਰੇ ਆਪਣੇ ਡਰਦੇ ਮਾਰੇ ਜਿਹੜੀ ਮੈਂ ਇੰਡੀਆ ਦੀ ਤੁਹਾਨੂੰ ਜਿਹੜੀ ਮੈਂ ਸਾਰੀ ਦੱਸਿਆ ਉਹ ਸ਼ਬਦ ਇਹ ਸਾਰਾ ਉਸੇ ਤੇ ਢੁਕਦਾ ਹੈ ਸੋ ਇਸ ਕਰਕੇ ਜਿਹੜਾ ਅਲਾਈਅੰਸ ਹੈ ਇਹ ਡਰਦੇ ਮਾਰੇ ਕਰ ਰਹੇ ਹੈ ਸੋ ਕੁੱਲ ਮਿਲਾ ਕੇ ਮਸਲਾ ਗੱਠਜੋੜ ਦਾ ਹੀ ਹੈ ਕਿ ਗੱਠਜੋੜ ਨੂੰ ਲੈ ਕੇ ਕੁਝ ਚੀਜ਼ਾਂ ਹਲੇ ਵੀ ਧੁੰਦਲੀਆਂ ਨੇ ਸਪਸ਼ਟ ਰੂਪ 'ਚ ਸਾਹਮਣੇ ਨਹੀਂ ਆ ਰਹੀਆਂ ਗਰੇਵਾਲ ਸਾਹਿਬ ਸਥਿਤੀ ਸਿਰਫ ਇੰਨੀ ਹੈ ਕਿ ਇਹ ਕਿਸ ਤਰੀਕੇ ਦੀ ਇਕੁਏਸ਼ਨ ਹੈ ਜਾਂ ਇਹ ਕਿਸ ਤਰੀਕੇ ਦਾ ਗੱਠਜੋੜ ਹੈ ਕਿ ਇੱਥੇ ਅਸੀਂ ਇਕੱਠੇ ਆ ਇੱਥੇ ਅਸੀਂ ਵਿਰੋਧੀ ਆ ਇੱਥੇ ਅਸੀਂ ਇਕੱਠੇ ਆ ਇੱਥੇ ਅਸੀਂ ਵਿਰੋਧੀ ਇਹ ਮਾੜੀ ਜੀ ਇਕੁਏਸ਼ਨ ਸਮਝਾ ਦਿਓ ਸਾਰੀ ਸਮਝਾਉਣਾ ਜੀ ਸਾਰੀ ਸਮਝਾਉਣਾ ਐਕਚੁਅਲੀ ਗੱਲ ਹੈ ਕਿ ਅਕਾਲੀਆਂ ਨੂੰ ਸਾਹ ਆ ਗਿਆ ਹੋਊਗਾ ਜਿਵੇਂ ਬੀਜੇਪੀ ਵਾਲਿਆਂ ਨੇ ਕਹਿਤਾ ਸਾਡੇ ਪੁਰਾਣੇ ਭਰਾ ਸਾਡੇ ਕੋਲੇ ਆਉਣਗੇ ਇਹ ਸੰਗਲ ਤੜਾ ਰਹੇ ਸੀ ਅਕਾਲੀ ਦਲ ਦਾ ਹਾਲ ਸੀ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ ਇਹ ਤਾਂ ਵਿਚਾਰੇ ਕਹਿੰਦੇ ਸੀ ਕਿ ਇਦੋਂ ਦਾ ਚਟਾਲਾ ਹੀ ਚੰਗਾ ਰਹਿ ਗਿਆ 5-7 2 ਗਾਲਾਂ ਹੀ ਕੱਢ ਲੈਂਦੇ ਸਾਲ ਖੰਡ ਪਹਿਲੀ ਗੱਲ ਚਲੋ ਕੋਈ ਨਹੀਂ ਧਰਮ ਨੂੰ ਖਤਰੇ 'ਚ ਪਾਉਣ ਵਾਲੇ ਇਕੱਠੇ ਹੋ ਰਹੇ ਆ ਅਲਾਇੰਸ ਇਹ ਹੈ ਅਲਾਇੰਸ ਇਹ ਹੈ ਕਿ ਜਿਹੜੇ ਵੀ ਹਿੰਦੂ ਰਾਸ਼ਟਰ ਖਾਲਿਸਤਾਨ ਗਜ਼ਵਾਏ ਹਿੰਦ ਕਰਦੇ ਆ ਉਹ ਇੱਕ ਪਾਸੇ ਹੋਣਗੇ ਤੇ ਜਿਹੜੇ ਕਹਿੰਦੇ ਆ ਕਿ ਨਹੀਂ ਹਿੰਦੁਸਤਾਨ ਇਕੱਠਾ ਰਹੂਗਾ ਅਸੀਂ ਕਾਂਗਰਸ ਨੂੰ ਹਰ ਚੀਜ਼ ਮੰਨਦੇ ਆ ਪਰ ਅਸੀਂ ਇਹ ਚੀਜ਼ ਕਹਿੰਦੇ ਘੱਟੋ ਘੱਟ ਕਾਂਗਰਸ ਆ ਨਹੀਂ ਕਰਦੀ
ਹਾਂ ਇਹਨਾਂ ਨੇ ਧਰਮ ਦੀ ਰਾਜਨੀਤੀ ਦੇ ਬੀਜ ਜ਼ਰੂਰ ਬੋਏ ਹੋਣੇ ਕਾਂਗਰਸ ਨੇ ਸਾਰੇ ਪਾਸੇ, ਬਟ ਓਵਰਆਲ ਇਹਨਾਂ ਨੂੰ ਇਹ ਸਮਝ ਆ ਗਈ ਕਿ ਇਹ ਬਹੁਤ ਖਤਰਨਾਕ ਸੋਚ ਹੈ। ਇੱਕ ਵਾਰੀ ਦੇਸ਼ ਦੀ ਵੰਡ ਹੋ ਗਈ, ਮਨੀਪੁਰ ਦਾ ਆਪਾਂ ਐਗਜ਼ਾਮਪਲ ਦੇਖ ਲਿਆ, ਦੁਬਾਰਾ ਨਹੀਂ ਹੋਣੀ ਚਾਹੀਦੀ, ਪਹਿਲੀ ਗੱਲ। ਦੂਜੀ ਗੱਲ, ਪੰਜਾਬ ਦੇ ਵਿੱਚ ਨਾ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਨਾ ਕਿਸੇ ਹੋਰ ਚੀਜ਼ ਦੇ ਖਿਲਾਫ ਐਕਸ਼ਨ ਬੰਦ ਹੋਊਗਾ, ਉਦਾਂ ਹੀ ਲੋਕ ਅੰਦਰ ਹੋਣਗੇ। ਜਿਹੜੀ ਇਹ ਅਲਾਇੰਸ ਹੋਈ ਹੈ, ਮੈਂ ਮਰ ਜਾ ਹਿਸਟਰੀ ਦਾ ਇਹਨਾਂ ਨੂੰ ਗਿਆਨ ਦੇਣਾ ਕਿ ਬੰਗਾਲ 'ਚ ਵੀ, ਰੱਬ ਤੁਹਾਡਾ ਭਲਾ ਕਰੇ, ਉੜੀਸਾ 'ਚ ਵੀ, ਕੇਰਲਾ 'ਚ ਵੀ, ਜਦੋਂ ਵੀ ਇਹ ਯੂਪੀਏ ਬਣੀ ਸੀ, ਹਾਂ ਪ੍ਰੀ ਪੋਲ ਤੇ ਪੋਸਟ ਪੋਲ, ਇਸ ਅਲਾਇੰਸ ਦਾ ਮੈਸੇਜ ਕੀ ਹੈ? ਐਂਡ ਮੋਦੀ ਜੀ ਜਿਹੜੀ ਬੜੀ ਪ੍ਰਤੱਖ ਨੂੰ ਪਮਾਉਣ ਦੀ आवश्यकता ਕਹਿੰਦੇ ਆ ਸੋਢੀ ਸਾਹਿਬ, एक दिन पहला कह के जाते हैं एनसीपी में 70,000 करोड़ के घपले हैं, अगले दिन सारी एनसीपी अपने करे। शिवसेना में 1 लाख करोड़ के घपले हैं, सारी शिवसेना अपने करे। हुण अद्धी कांग्रेस अद्धे अकाली डेपुटेशन ते तां चलो ये तां आपस चल रही है। ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਇਹ ਧਰਮ ਦੀ ਰਾਜਨੀਤੀ ਕਰਦੇ ਆ, ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਦੇ ਆ, ਮੁੱਦੇ ਸਾਰੇ ਦੇਖੋ ਇੱਕ ਵੱਖਰੀ ਚੀਜ਼ ਨੇ। ਮੁੱਦਿਆਂ ਦਾ ਜ਼ਿਕਰ ਵੀ ਅੱਜ ਬਹੁਤ ਜ਼ਿਆਦਾ ਹੋਇਆ ਇਸ ਵੇਲੇ, ਤੇ ਚਰਚਾ ਇਹ ਹੈ ਵੀ ਜਦੋਂ ਗੱਠਜੋੜ ਹੋ ਗਿਆ, ਜੇ ਪੰਜਾਬ ਦੇ ਲੋਕ ਜਾਂ ਹਰਿਆਣਾ ਦੇ ਲੋਕ ਜਾਂ ਦਿੱਲੀ ਦੇ ਲੋਕ ਉਸ ਨੂੰ ਕਿਸ ਲਿਹਾਜ਼ ਨਾਲ ਦੇਖਣ ਕਿ ਆਈਡੀਆ ਆਫ ਇੰਡੀਆ ਕਿਵੇਂ ਬਚਦਾ ਹੈ, ਆਈਡੀਆ ਆਫ ਇੰਡੀਆ ਐਜ਼ ਅ ਸੈਕੂਲਰ ਨੇਸ਼ਨ ਕਿਵੇਂ ਬਚਦਾ ਹੈ, ਜਦੋਂ ਜੇ ਇਹਨਾਂ ਨੂੰ ਨਾ ਰੋਕਿਆ ਗਿਆ। ਇਹ ਬਰਾੜ ਸਾਹਿਬ ਦੰਗੇ ਮਨੀਪੁਰ 'ਚ ਕੀ ਹੋ ਰਿਹਾ, ਦੰਗੇ ਕਰਾਉਣਗੇ, ਇਹ ਤਾਂ ਲੋਕਾਂ 'ਚ ਵੰਡੀਆਂ ਪਾ ਦੇਣਗੇ। ਚਲੋ ਆਪਾਂ ਬਰੀਫ ਰੱਖੀਏ, ਸਾਰਿਆਂ ਦੀ ਵਾਰੀ ਆਉਣੀ ਹੈ। ਕਲੀਅਰ ਸਾਹਿਬ, ਨਹੀਂ ਮੈਂ ਫਿਰ ਦੇਖੋ ਦੋ ਚੀਜ਼ਾਂ ਉਰੇ ਬੜੀ ਗਲਤ ਬਿਆਨੀ ਹੋ ਰਹੀ। ਪਹਿਲਾਂ ਤਾਂ ਕਾਂਗਰਸ ਦੇ ਪ੍ਰਵਕਤਾ ਦੀ, ਇਹ ਕਹਿੰਦੇ ਜੀ ਯੂਪੀਏ ਅਲਾਇੰਸ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਯੂਪੀਏ ਸੀ ਉਹ ਤਾਂ ਬਣਿਆ ਹੀ 2004 ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਸੀ। ਪਹਿਲਾਂ ਯੂਪੀਏ ਹੈ ਨਹੀਂ ਸੀ, ਉਹ ਅਲਾਇੰਸ ਹੀ ਬਾਅਦ ਦੇ ਵਿੱਚ ਬਣਿਆ 2004 ਦੀ ਜਨਰਲ ਇਲੈਕਸ਼ਨ ਤੋਂ ਬਾਅਦ। ਦੂਜੀ ਗੱਲ ਕਰਦੇ ਨੇ ਸਾਡੇ ਬਾਬ ਗਰੇਵਾਲ ਸਾਹਿਬ, ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੇ ਸਟੈਂਡ ਦੇ ਉੱਤੇ ਖੜਾ ਹੈ, ਬੀਜੇਪੀ ਦੇ ਨਾਲ ਸੀ, ਡਟ ਕੇ ਨਾਲ ਸੀ। ਜਿੱਦਣ ਕਿਸਾਨਾਂ ਦੇ ਵਿਰੁੱਧ ਸਟੈਂਡ ਲੈ ਲਿਆ, ਛੱਡਤੀ ਵਜ਼ੀਰੀ, ਛੱਡੀ ਐਨਡੀਏ, ਛੱਡਤਾ, ਅੱਜ ਵੀ ਯੂਸੀਸੀ ਤੇ ਆਪਣਾ ਸਟੈਂਡ ਸਪਸ਼ਟ ਲੈ ਕੇ ਬੈਠੇ। ਆਮ ਆਦਮੀ ਪਾਰਟੀ ਵਾਂਗੂ ਨਹੀਂ ਕਿ ਕੇਜਰੀਵਾਲ ਤਾਂ ਕਹਿ ਰਿਹਾ ਕਿ ਮੋਦੀ ਸਾਹਿਬ ਠੀਕ ਕਰ ਰਹੇ ਨੇ, ਭਗਵੰਤ ਮਾਨ ਉਰੇ ਉਲਟ ਬਿਆਨ ਦੇ ਰਿਹਾ ਤੇ ਬੈਠੇ ਇਕੱਠੇ ਨੇ ਇੱਕੋ ਮੀਟਿੰਗ ਦੇ ਵਿੱਚ। ਔਰ ਦੂਸਰੀ ਗੱਲ ਦੇਖੋ, ਇਹ ਹਲੇ ਤੱਕ ਇਹ ਕਲੀਅਰ ਨਹੀਂ ਕਰ ਪਾ ਰਹੇ। ਇਹਨਾਂ ਨੂੰ ਅਸਲ 'ਚ ਦੱਸਣਾ ਚਾਹੀਦਾ ਕਿ ਕੇਜਰੀਵਾਲ ਨੂੰ ਤਾਂ ਲੋੜ ਹੈ ਕਾਂਗਰਸ ਦੀ ਆਰਡੀਨੈਂਸ ਰੋਕਣ ਦੇ ਲਈ ਕਿ ਕਿਸੇ ਤਰੀਕੇ ਮੇਰੀਆਂ ਪਾਵਰਾਂ ਵੱਜ ਜਾਣ, ਜਿਹਦੇ ਕਰਕੇ ਪੰਜਾਬ ਦਾ ਪੈਸਾ ਦਿੱਲੀ 'ਚ ਫੂਕਿਆ ਜਾ ਰਿਹਾ ਹੈ, ਹੈਲੀਕਾਪਟਰ ਘੁਮਾਇਆ ਜਾ ਰਿਹਾ, ਫੈਲਕਨ ਜਹਾਜ਼। ਔਰ ਕਾਂਗਰਸ ਨੂੰ ਪੰਜਾਬ 'ਚ ਕਾਹਦੀ ਲੋੜ ਹੈ? ਵਿਜੀਲੈਂਸ ਤੋਂ ਬਚਣ ਦੀ। ਸੋ ਇਹ ਵਾਲਾ ਅਲਾਇੰਸ ਇਹਨਾਂ ਦਾ, ਇਹ ਇਹਨਾਂ ਦਾ ਕਾਮਨ ਮਿਨੀਮਮ ਪ੍ਰੋਗਰਾਮ ਹੈ। ਇਹ ਬਾਬ ਗਰੇਵਾਲ ਸਾਹਿਬ ਨੇ ਮੇਰੀਆਂ ਦੋ ਗੱਲਾਂ ਦਾ ਜਵਾਬ ਨਹੀਂ ਦਿੱਤਾ ਕਿ ਜੀ ਜਿਹੜੇ ਅੰਦੋਲਨ 'ਚੋਂ ਆਮ ਆਦਮੀ ਪਾਰਟੀ ਨਿਕਲੀ ਸੀ, ਕੀ ਹੁਣ ਆਪਣੀ ਵਿਚਾਰਧਾਰਾ ਕੰਪਰੋਮਾਈਜ਼ ਕਰ ਲਈ? ਕਿਉਂਕਿ ਉਹ ਤਾਂ ਕਾਂਗਰਸ ਦੀ ਕਰਪਸ਼ਨ ਦੇ ਖਿਲਾਫ ਸੀ। ਜਿਹੜਾ ਮੈਂਡੇਟ ਪੰਜਾਬ ਨੇ ਇਹਨਾਂ ਨੂੰ ਦਿੱਤਾ 92 ਸੀਟਾਂ ਦਾ, ਉਹ ਕਾਹਦੇ ਤੇ ਦਿੱਤਾ? ਕਾਂਗਰਸ ਨੇ ਜੋ ਕਰਪਸ਼ਨ ਕੀਤੀ। ਇਹ ਕੀ ਕਹਿੰਦੇ ਨੇ ਕਿ ਜੀ ਇਹਨਾਂ ਦੇ ਮੰਤਰੀ ਅਸੀਂ ਫੜ ਕੇ ਅੰਦਰ ਦੇ ਰਹੇ ਹਾਂ, ਬਹੁਤ ਵੱਡੇ ਘੁਟਾਲੇ ਹੋਏ ਨੇ ਉਹਦੇ। ਔਰ ਤੀਸਰੀ ਗੱਲ ਇਹ ਕਹਿੰਦੇ ਜੀ ਕਾਂਗਰਸ ਨੇ ਕਦੇ ਇਹੀ ਜੀ ਗੱਲ ਨਹੀਂ ਕੀਤੀ, ਧਰਮ ਦੀ ਗੱਲ ਨਹੀਂ ਕੀਤੀ। ਅੱਜ ਇਹ ਬਾਬ ਗਰੇਵਾਲ ਸਾਹਿਬ ਨੇ ਕੀ 84 ਤੇ ਕਲੀਨ ਚਿੱਟ ਦੇਤਾ ਕਾਂਗਰਸ ਨੂੰ? ਕੀ ਦਿੱਲੀ ਦੀਆਂ ਸੜਕਾਂ ਤੇ ਡੁੱਲੇ ਹੋਏ ਸਿੱਖਾਂ ਦੇ ਖੂਨ ਦਾ ਕਲੀਨ ਚਿੱਟ ਦੇਤਾ? ਕੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਕਲੀਨ ਚਿੱਟ ਦੇਤਾ? ਸੋ ਕਿਹੜੀਆਂ ਗੱਲਾਂ ਕਰਦੇ ਹੋ ਗਰੇਵਾਲ ਸਾਹਿਬ? ਲੋਕਾਂ ਨੂੰ ਸਪਸ਼ਟ ਹੋ ਗਿਆ ਕਿ ਤੁਸੀਂ ਮਿਲੇ ਹੋਏ ਸੀ ਦੋਨੋਂ, ਲੁਕ ਛਿਪ ਕੇ ਖੇਡਦੇ ਸੀ। ਚਲੋ ਜਵਾਬ ਲੈ ਲਓ, 25 ਥੋੜੀ ਸੀ, ਲੋਕਾਂ ਦੇ ਸਾਹਮਣੇ ਆ ਗਈ ਗੱਲ। ਜਵਾਬ ਲੈ ਲਓ, ਕਲੀਅਰ ਸਾਹਿਬ ਜਵਾਬ ਲੈ ਲਓ, ਫਿਰ ਮੈਂ ਵਿਦਰੋਹੀ ਜੀ ਤੋਂ ਕਮੈਂਟ ਲੈਣਾ ਜੀ। ਸਾਡੀ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਸੀ, ਇੰਸਟੀਟਿਊਸ਼ਨਲ। ਕਾਂਗਰਸ ਬੀਜੇਪੀ ਅਕਾਲੀਆਂ ਦੇ ਜੀ ਤੋਂ ਸਾਡੀ ਪਾਰਟੀ ਉੱਠੀ ਹੈ। ਪਹਿਲੀ ਗੱਲ ਮੈਂ 35 ਸੱਟੇ ਕਿਹਾ ਕਿ ਧਰਮ ਦੀ ਰਾਜਨੀਤੀ ਕਾਂਗਰਸ ਨੇ ਸ਼ੁਰੂ ਕੀਤੀ, ਰਾਮ ਮੰਦਿਰ ਦੀ 84 ਦੀ ਕਾਂਗਰਸ। ਹੁਣ ਇਹਨਾਂ ਨੂੰ ਅਕਲ ਆ ਗਈ, ਕਿ ਵੰਡ ਕੇ ਇਹਨਾਂ ਨੇ ਵੀ ਦੇਖ ਲਿਆ ਕਿ ਹੁਣ ਬੀਜੇਪੀ ਤਾਂ ਹੋਰ ਖਤਰਨਾਕ ਕਰ ਰਹੀ ਹੈ। ਤੀਜੀ ਗੱਲ, ਤੁਸੀਂ ਮੇਰੇ ਵੀਰੋ ਇਹ ਗੱਲ ਯਾਦ ਰੱਖਿਓ, ਤੁਸੀਂ ਦੋਵੇਂ ਭਰਾ ਨਾ ਇਕੱਠੇ ਹੋਇਓ, ਹਿੰਦੂ ਸਿੱਖ ਏਕਤਾ ਲਈ ਖਤਰੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਨਹੀਂ ਖਰਾਬ ਹੋਣ ਦਿੱਤਾ। ਵਿਚਾਰਧਾਰਾ ਦੀ ਗੱਲ ਪੁੱਛ ਰਹੇ ਹਾਂ ਜੀ, ਤੁਹਾਡੀ ਵਿਚਾਰਧਾਰਾ ਕੰਪਰੋਮਾਈਜ਼ ਹੋ ਗਈ। ਇਹ ਬਾਬ ਗਰੇਵਾਲ ਸਾਹਿਬ ਸਿੱਧਾ ਜਵਾਬ ਦਿਓ ਨਾ। ਸਾਡੇ ਸਟੈਂਡ ਸਪਸ਼ਟ ਨੇ, ਸਾਡੇ ਗੱਠਜੋੜ ਮੁੱਦਿਆਂ ਤੇ ਆਧਾਰਿਤ ਸੀਗੇ, ਟੁੱਟ ਗਏ। ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪ੍ਰੋਗਰਾਮ ਹੈ, ਲੈ ਕੇ ਚੱਲ ਰਹੇ ਹਾਂ। ਤੁਸੀਂ ਆਪਣੀ ਵਿਚਾਰਧਾਰਾ ਕਲੀਅਰ ਕਰੋ। ਕੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ, ਕੀ ਕਾਂਗਰਸ ਦੀ ਹੈ? ਕਿੱਥੇ ਗਏ ਉਹ ਤੁਹਾਡੇ ਕੇਜਰੀਵਾਲ ਦੇ ਬਿਆਨ ਜਿਹੜੇ ਕਹਿੰਦੇ ਸੀ ਸਰਦਾਰ ਮਨਮੋਹਨ ਸਿੰਘ ਤੇ ਨਾਲ ਕਿਹਦੀ ਬਰਾਤ? ਕੀ ਕਹਿੰਦੀ ਸੀ ਕੇਜਰੀਵਾਲ? ਇਹ ਜਵਾਬ ਦਿਓ ਲੋਕਾਂ ਨੂੰ। ਚਲੋ ਜਵਾਬ ਲੈ ਲਈਏ, ਸ਼ੋਰ ਸ਼ਰਾਬੇ ਚ ਨਾ ਜੀ। ਸਾਡਾ ਕਿਤੇ ਕੁਝ ਨਹੀਂ ਗਿਆ ਜੀ, ਉਦਾਂ ਹੀ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਅਕਾਲੀ, ਭਾਜਪਾ, ਕਾਂਗਰਸੀਏ ਸਾਰਿਆਂ ਦੇ ਖਿਲਾਫ ਐਕਸ਼ਨ ਚੱਲੂ।
ਕੋਈ ਸੀਟ ਸ਼ੇਅਰਿੰਗ ਪੰਜਾਬ 'ਚ ਨਹੀਂ ਹੋ ਰਹੀ। ਐਂਡ ਮੋਰ ਇੰਪੋਰਟੈਂਟਲੀ ਦੇਸ਼ 'ਚ ਜਿਹੜੇ ਧਰਮ ਨੂੰ ਖਤਰੇ 'ਚ ਪਾ ਕੇ ਆਪਣੀ ਰਾਜਨੀਤਿਕ ਰਿੱਟੀਆਂ ਸੇਕਦੇ ਆ, ਚਾਹੇ ਅਕਾਲੀ, ਚਾਹੇ ਭਾਜਪਾਈ, ਚਾਹੇ ਉਹ ਅਵੇਸੀ ਵਰਗੇ, ਇਹ ਜੇ ਸੇਕਦੇ ਆ, ਇਹਨਾਂ ਸਭ ਦੇ ਖਿਲਾਫ ਖੜੇ ਆ। ਐਂਡ ਇਹ ਮੇਰੇ ਵੀਰ ਇਕੱਠੇ ਨਾ ਹੋਣ ਜੇ ਪੱਕੇ ਆ ਆਪਣੇ ਪ੍ਰੋਗਰਾਮ ਤੁਸੀਂ ਉਹ ਖੜੇ ਰਹਿ ਗਏ, ਮੈਨੂੰ ਲੱਗਦਾ ਚਲੋ ਇਹਨਾਂ ਨੂੰ ਤੇ ਸੱਦੇ ਨਹੀਂ ਤਾਂ ਬਹਿ ਗਏ, ਉਹਨਾਂ ਦਿੱਲੀ ਜਾ ਕੇ ਬਹਿ ਗਏ। ਇਹਨਾਂ ਨੂੰ ਤੇ ਅੱਜ ਮੀਟਿੰਗ ਹੋ ਰਹੀ ਆ, ਉਹਦੇ ਚ ਨਹੀਂ ਗਏ, ਸੱਦੇ ਵੀ ਨਹੀਂ ਤੇ ਗਏ ਵੀ ਨਹੀਂ ਇਹ। ਬੁਲਾਉਂਦਾ ਹੀ ਪੱਲੇ ਕੀ ਆ। ਚਲੋ ਬਹੁਤ ਕੁਛ ਆ। ਅਸੀਂ 10 ਸਾਲ ਉਰੇ ਪੰਜਾਬ ਦੀ ਸੇਵਾ ਕੀਤੀ ਹੈ, ਤੁਹਾਨੂੰ 1.5 ਸਾਲ ਹੋਇਆ ਵਿਦਰੋਹੀ ਜੀ ਦਿੱਲੀ ਵਾਲੇ ਵੇਚ ਕੇ ਤੁਰਦੇ ਬਣੇ, ਜਿਵੇਂ ਰਾਜ ਸਭਾ ਦੀ ਸੀਟਾਂ ਵੀ ਕੀਆਂ ਉਵੇਂ ਹੁਣ ਤੁਸੀਂ ਫੇਰ ਵਿਕ ਗਏ, ਤੁਹਾਡੇ ਪੱਲੇ ਹੀ ਕੀ ਹੈ ਪੰਜਾਬ ਵਾਲੇ। चलो एक सेकंड आम आदमी पार्टी पंजाब वाले जी 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 सरकार देखिए, हाँ आप मैं पंजाब का उदाहरण देता हूँ। भाजपा कितनी दोगली पार्टी है। पंजाब में जब अमरिंदर सिंह कांग्रेस के मुख्यमंत्री थे तब वो भ्रष्ट थे, उनके बेटे के खिलाफ, उनके खिलाफ, प्रणीत कौर के खिलाफ मनी लॉन्ड्रिंग का केस था। ISI का एजेंट था, वो पाकिस्तान का एजेंट था, और वो पाकिस्तान का कथित एजेंट, वो कथित भ्रष्टाचारी भाजपा में जाते ही पाक साफ हो गया, पवित्र हो गया। तो दोगले तो ये भाजपा वाले हैं। मोदी जी का चाल चरित्र देखिए, जिनको ये परिवारवादी बता रहे हैं। 38 पार्टियां हैं जिनके मैं आपको पूरे नाम कहो तो गिना दूं, जिनकी बैठक हो रही है, उनके अंदर 95% पार्टियां परिवारवादी हैं। 90% पार्टियां ऐसी हैं जिनके खिलाफ ED CBI के केस भाजपा ने चला रखे हैं, और ED CBI के बल पर उनको अपने पास ला रहे हैं। तो सबसे बड़े भ्रष्टाचारियों के संरक्षक तो मोदी हैं, कि मोदी जी के पास चले जाओ तो भ्रष्टाचार खत्म, और जब मोदी का विरोध करो तो भ्रष्टाचार है, परिवारवादी है। और ये व्यक्ति कितना डरपोक और कायर है, पार्लियामेंट में खड़े होकर कहता है एक अकेला मोदी सब पर भारी। अगर ये इतना ही सब पर भारी है तो क्यों जो ही इसको लगा कि भाई नहीं बात सुनिए ना, आपने उनकी सुनी, मेरी भी सुनी। उनको लगा कि भाई अलायंस हो रहा है, विपक्ष इकट्ठा हो रहा है। जिस NDA की 4 साल से कोई बैठक नहीं हुई थी, 38 दल इकट्ठे कर लिए। ये डरपोक व्यक्ति डर रहा है, इसे पता है कि झोला उठाकर दिल्ली से जाने का अवसर आ गया। कोई सिद्धांत नहीं है, केवल एक ही सिद्धांत है, सांप्रदायिक उन्माद, नफरत और बंटवारे की राजनीति। मुझे तो आश्चर्य होता है कि हमारा देश का प्रधानमंत्री सुबह ही भाषण दे रहा था कि भ्रष्टाचारियों का गठबंधन है। अरे प्रधानमंत्री महोदय, आप क्यों इतना बेशर्मी से बात कर रहे हो, ED CBI का दुरुपयोग कर रहे हो। चलो ਆਪਾਂ ਜੋ ਮੋٹے ਤੌਰ ਤੇ ਡਿਸਕਸ ਕਰਨਾ ਚਾਹੁੰਦੇ ਸੀ ਉਹ ਆ ਗਈ ਗੱਲ। ਠੀਕ ਹੈ, ਸ਼ੁਕਰੀਆ। ਮੈਨੂੰ ਇਹ ਇੱਥੇ ਹੀ ਇੱਕ ਵਾਰੀ ਰੋਕਣਾ ਪਏਗਾ ਕਿਉਂਕਿ ਪ੍ਰਧਾਨ ਮੰਤਰੀ ਬੋਲ ਰਹੇ ਨੇ NDA ਦੇ ਗੱਠਜੋੜ ਚੋਂ, ਉਸ ਚੋਂ ਕੀ ਨਿਕਲ ਕੇ ਆਉਂਦਾ ਹੈ। ਜੋ NDA ਦੀ ਗੱਲ ਚੱਲ ਰਹੀ ਹੈ ਉਹ ਸੁਣਦੇ ਹਾਂ। तहे दिल से अभिनंदन करता हूं भविष्य की यात्रा के लिए जो नए साथी आए हैं, मैं उनका हृदय से स्वागत करता हूं। साथियों, NDA के 25 वर्षों की इस यात्रा के साथ एक और सुखद संयोग जुड़ा है। ये वो समय है जब हमारा देश आने वाले 25 वर्षों में एक बड़े लक्ष्य की प्राप्ति के लिए कदम बढ़ा रहा है। ये लक्ष्य विकसित भारत का है, आत्मनिर्भर भारत का है। कोटि कोटि भारतीय आज नए संकल्पों की ऊर्जा से भरे हुए हैं। इस महत्वपूर्ण कालखंड में NDA की बहुत बड़ी भूमिका है। एक तरह से ये नई ऊर्जा से भरी हुई त्रिशक्ति है। N से न्यू इंडिया के लिए, D से डेवलप्ड नेशन के लिए, A से एस्पिरेशन ऑफ पीपल एंड रीजन के लिए। आज देश का गरीब, देश का मध्यम वर्ग, देश के युवा, महिलाएं, दलित, पीड़ित, शोषित, वंचित, आदिवासी, सभी का विश्वास NDA पर है।
हमारे जो समाजशास्त्री हैं, राजनीति शास्त्री हैं और अर्थशास्त्री हैं, वो भी भारत के विकास के लिए एनडीए को एक पॉजिटिव फोर्स के रूप में देख रहे हैं। हमारा संकल्प पॉजिटिव है, एजेंडा पॉजिटिव है, भावना पॉजिटिव है और हमारा रास्ता भी पॉजिटिव है। मैं अक्सर कहा करता हूं कि सरकारें बहुमत से बनती हैं, लेकिन देश सबके प्रयास से चलता है। इसलिए आज जब हम विकसित भारत के निर्माण में जुटे हैं, तब एनडीए सबका प्रयास की इस भावना का प्रतिनिधित्व कर रहा है। साथियों, हमारे देश में राजनीतिक गठबंधनों की एक लंबी परंपरा रही है, लेकिन जो भी गठबंधन नेगेटिविटी के साथ बने, वे कभी भी सफल नहीं हो पाए। कांग्रेस ने 90 के दशक में देश